ਨਮਸਕਾਰ, ਸਤਿ ਸ੍ਰੀ ਅਕਾਲ। ਜਾਗੋ ਪੰਜਾਬ ਵਿੱਚ ਤੁਹਾਡਾ ਸਵਾਗਤ। ਅਸੀਂ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਸੰਗਤ ਟੀਵੀ ਦੇ ਨਾਜ਼ਰੀਨਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬੀ ਸਾਹਿਤ ਦੇ ਕਈ ਰੂਪ ਨੇ ਤੇ ਪੰਜਾਬੀ ਸਾਹਿਤ ਅਮੀਰ ਵੀ ਬਹੁਤ ਹੈ। ਇਸ ਅਮੀਰ ਸਾਹਿਤ ਨੇ ਪੰਜਾਬੀ ਸਾਹਿਤ ਨੂੰ ਕਈ ਹੀਰੇ ਦਿੱਤੇ ਨੇ। ਉਹਨਾਂ ਹੀਰਿਆਂ 'ਚੋਂ ਇੱਕ ਹੀਰਾ ਹੈ ਮਨਮੋਹਨ ਸਿੰਘ ਦਾਊਂ, ਜਿਨ੍ਹਾਂ ਨੂੰ ਪੰਜਾਬੀ ਸਾਹਿਤ ਲਈ ਲਿਖਦਿਆਂ ਪੂਰੀ ਅੱਧੀ ਸਦੀ ਭਾਵ 50 ਸਾਲ ਹੋ ਗਏ ਨੇ। ਮਨਮੋਹਨ ਸਿੰਘ ਦਾਊਂ ਜੀ ਅੱਜ ਸਾਡੇ ਸਟੂਡੀਓ ਵਿੱਚ ਬਿਰਾਜਮਾਨ ਨੇ ਤੇ ਅਸੀਂ ਇਹਨਾਂ ਦੇ ਨਾਲ ਅੱਜ ਬਾਲ ਸਾਹਿਤ ਤੇ ਪੰਜਾਬੀ ਸਾਹਿਤ ਬਾਰੇ ਗੱਲਾਂ ਕਰਾਂਗੇ। ਦਾਊਂ ਸਾਹਿਬ, ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਸਵਾਗਤ। ਆਪਾਂ ਪਹਿਲਾਂ ਤੇ ਮੇਰੇ ਵੱਲੋਂ ਮੁਬਾਰਕਾਂ ਜੀ, ਤੁਸੀਂ ਬੀਤੇ ਦਿਨ ਹੀ ਆਪਣੇ ਜ਼ਿੰਦਗੀ ਦੇ ਜਿਹੜੇ 72 ਸਾਲ ਪੂਰੇ ਕੀਤੇ ਨੇ, ਯਾਨੀ ਕਿ ਹੈਪੀ ਬਰਥਡੇ ਜੀ। ਮਿਹਰਬਾਨੀ। ਮੈਂ ਡੇ ਨਾਈਟ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਸੱਦਾ ਦੇ ਕੇ ਨਾ ਆਪਣੇ ਸਰੋਤਿਆਂ ਦੇ ਸਨਮੁਖ ਹੋਣ ਦਾ ਮੌਕਾ ਦਿੱਤਾ। ਮੈਂ ਤੁਹਾਡਾ ਵੀ ਦਿਲੋਂ ਧੰਨਵਾਦ ਕਰਦਾ। ਅੱਛਾ, ਆਪਾਂ ਗੱਲ ਕਰੀਏ ਕਿ ਤੁਸੀਂ ਆਪਣੇ ਜਿਹੜੇ 50 ਸਾਲ ਆ ਉਹ ਪੰਜਾਬੀ ਸਾਹਿਤ ਨੂੰ ਲੇਖੇ ਲਾ ਦਿੱਤੇ ਹੈਗੇ। ਜੀ ਜੀ। ਇਹ ਲੇਖਣ ਦੀ ਜਿਹੜੀ ਸ਼ੁਰੂਆਤ ਸੀ, ਕਲਾ ਸੀ, ਇਹ ਕਦੋਂ ਤੁਹਾਨੂੰ ਕਲਮ ਨੇ ਜਾਗਿਆ ਜਾਂ ਅੰਦਰੋਂ ਜ਼ਮੀਰ ਨੇ ਆਵਾਜ਼ ਦਿੱਤੀ ਹੈਗੀ ਕਿ ਕੁਝ ਨਾ ਕੁਝ ਪੰਜਾਬੀ ਸਾਹਿਤ ਲਈ ਲਿਖਿਆ ਜਾਵੇ? ਅਸਲ 'ਚ ਭੁੱਲਰ ਸਾਹਿਬ, ਜਦੋਂ ਮੈਂ ਪੜ੍ਹਦਾ ਸੀ ਨਾ 10ਵੀਂ ਜਮਾਤ 'ਚ ਖਾਲਸਾ ਹਾਈ ਸਕੂਲ ਖਰੜ, ਬਿਲਕੁਲ, ਉੱਥੇ ਗੁਰਪੁਰਬ ਦੇ ਮੌਕੇ 'ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ 'ਤੇ ਬਹੁਤ ਸਾਰੇ ਪੰਜਾਬੀ ਦੇ ਕਵੀ ਬੁਲਾਏ ਜਾਂਦੇ ਸੀ। ਅੱਛਾ। ਅਤੇ ਅਕਸਰ ਮੈਂ ਉਹਨਾਂ ਨੂੰ ਸੁਣਦਾ ਸੀਗਾ ਜਦੋਂ ਸ਼ਾਮੀ ਕਵੀ ਦਰਬਾਰ ਹੁੰਦਾ ਸੀ। ਅਤੇ ਸਾਡੇ ਉਸ ਸਕੂਲ 'ਚ ਲਾਇਬ੍ਰੇਰੀ ਬਹੁਤ ਵਧੀਆ ਸੀ, ਉੱਥੇ ਬਾਲ ਰਸਾਲੇ, ਬਾਲ ਸਾਹਿਤ ਦੀਆਂ ਪੁਸਤਕਾਂ ਹੋਰ ਬਹੁਤ ਹੁੰਦੀਆਂ ਸੀ। ਅਤੇ ਮੈਨੂੰ ਉਦੋਂ ਬੜਾ ਉਹਨਾਂ ਨੂੰ ਸੁਣ ਕੇ ਚੰਗਾ ਲੱਗਦਾ ਸੀ ਕਿ ਮੈਂ ਵੀ ਕਦੇ ਇਸ ਤਰ੍ਹਾਂ ਦੀ ਕੋਈ ਕਵਿਤਾ ਲਿਖ ਸਕਾਂ। ਅੱਛਾ। ਅਤੇ ਉਦੋਂ ਮੈਂ 1957 'ਚ ਗੁਰੂ ਨਾਨਕ ਦੇਵ ਜੀ ਉੱਤੇ ਜਾਣੀ ਕਲ ਤਾਰਨ ਗੁਰੂ ਨਾਨਕ ਆਇਆ, ਇਸ ਕਾਵਿ ਟੁਕੜੀ ਨੂੰ ਲੈ ਕੇ ਕਵਿਤਾ ਲਿਖੀ। ਫਿਰ ਮੈਂ ਕਾਲਜ ਵੀ ਚਲੇ ਗਿਆ, ਗੌਰਮੈਂਟ ਕਾਲਜ ਚੰਡੀਗੜ੍ਹ। ਅੱਛਾ। ਉੱਥੇ ਫਿਰ ਮੈਨੂੰ ਥੋੜ੍ਹਾ ਜਿਹਾ ਹੋਰ ਸਾਡੇ ਪ੍ਰੋਫੈਸਰ ਹੁੰਦੇ ਸੀ ਡਾਕਟਰ ਬਲਵੀਰ ਸਿੰਘ ਦਿਲ, ਉਹਨਾਂ ਨੇ ਮੇਰੇ ਅੰਦਰ ਦੇਖਿਆ ਕਿ ਇਹ ਵਿਦਿਆਰਥੀ ਜਿਹੜਾ ਹੈ ਨਾ, ਇਹਦੇ 'ਚ ਕਾਵਿਕ ਪ੍ਰਤਿਭਾ ਹੈ। ਅੱਛਾ। ਅਤੇ ਉੱਥੇ ਫਿਰ ਮੈਂ ਕਾਲਜ ਮੈਗਜ਼ੀਨ ਦੇ ਵਿੱਚ ਵਿਕਾਸ ਉਸ ਦਾ ਨਾਂ ਸੀ ਕਾਲਜ ਮੈਗਜ਼ੀਨ ਦਾ, ਉੱਥੇ ਮੇਰੀਆਂ ਰਚਨਾਵਾਂ ਛਪਣੀਆਂ ਸ਼ੁਰੂ ਹੋਈਆਂ। ਉੱਥੋਂ ਹੀ ਮੈਨੂੰ ਫਿਰ ਹੋਰ ਉਤਸ਼ਾਹ ਮਿਲਿਆ ਕਾਲਜ ਦੇ ਵਿਦਿਆਰਥੀ ਹੋਣ ਦੇ ਤੌਰ 'ਤੇ। ਮੈਂ ਉਸ ਕਾਲਜ ਮੈਗਜ਼ੀਨ ਦਾ ਸੰਪਾਦਕ ਵੀ ਰਿਹਾ ਅਤੇ ਮੈਨੂੰ ਕਾਲਜ ਵਾਲਿਆਂ ਨੇ ਸਨਮਾਨਿਤ ਵੀ ਕੀਤਾ ਬਤੌਰ ਇੱਕ ਚੰਗੇ ਲਿਖਦੇ। ਇਸ ਤਰ੍ਹਾਂ ਫਿਰ ਮੈਨੂੰ ਲਿਖਣ ਦਾ ਜਿਹੜਾ ਲਗਾਓ ਜਿਹੜੀ ਹੈ ਨਾ ਆਪਣੀ ਮਾਂ ਬੋਲੀ ਨਾਲ, ਮੈਂ ਚਾਹੁੰਦਾ ਸੀ ਕਿ ਮੈਂ ਆਪਣੀ ਮਾਂ ਬੋਲੀ ਦੇ ਵਿੱਚ ਲਿਖਾਂ ਅਤੇ ਜਿਸ ਤਰ੍ਹਾਂ ਹੋਰ ਬਾਲ ਸਾਹਿਤ ਦੀ ਘਾਟ ਹੈ ਇਸ ਨੂੰ ਪੂਰਾ ਵੀ ਕਰਾਂ ਅਤੇ ਨਾਲ ਦੀ ਨਾਲ ਮੈਂ ਪੰਜਾਬੀ ਬਾਲ ਸਾਹਿਤ ਤੋਂ ਬਿਨਾਂ ਦੂਜੇ ਸਾਹਿਤ ਦੇ ਵਿੱਚ ਵੀ ਕੁਝ ਨਾ ਹਿੱਸਾ। ਅੱਛਾ, ਜਿਹੜੀ 1957 ਦੇ ਵਿੱਚ ਜਿਹੜੀ ਕੱਚੀ ਕਲਮ ਹੈਗੀ ਸੀ, ਉਹ ਕਾਲਜ ਜਾ ਕੇ ਇੱਕ ਧਨੀ ਕਲਮ ਬਣੀ, ਪੱਕੀ ਬਣੀ ਹੈਗੀ। ਹਾਂਜੀ। ਉਸ ਤੋਂ ਬਾਅਦ ਤੁਸੀਂ ਨਿਰੰਤਰ ਜਿਹੜਾ ਲਿਖਣਾ ਸ਼ੁਰੂ ਕੀਤਾ? ਹਾਂ, ਉਸ ਤੋਂ ਬਾਅਦ ਤਾਂ ਫਿਰ ਮੈਂ ਲਗਾਤਾਰ ਲਿਖਣਾ ਸ਼ੁਰੂ ਕੀਤਾ। ਮੇਰੀਆਂ ਰਚਨਾਵਾਂ ਪ੍ਰੀਤ ਲੜੀ, ਸਹਿ ਸਮਾਚਾਰ, ਨਾਗਮਣੀ, ਸਾਰੇ ਤਕਰੀਬਨ ਪੰਜਾਬੀ ਦੇ ਜਿਹੜੇ ਆਰਸੀ, ਪੰਜ ਦਰਿਆ, ਉਹਨਾਂ ਸਾਰਿਆਂ ਦੇ ਵਿੱਚ ਮੈਨੂੰ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਚਿੱਠੀਆਂ ਆਈਆਂ ਕਈ। ਅੱਛਾ ਵਾਹ। ਸਰ ਨਵਤੇਜ ਸਿੰਘ ਦੀ ਚਿੱਠੀਆਂ ਆਈਆਂ, ਉਹਨਾਂ ਨੇ ਜਦੋਂ ਮੇਰੀ ਕੋਈ ਰਚਨਾ ਕਵਿਤਾ ਉੱਥੇ ਛਪਣੀ, ਉਹਨਾਂ ਨੇ ਮੈਨੂੰ ਚਿੱਠੀ ਪਾਉਣੀ, ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਸੀ। ਇਸੇ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਜਦੋਂ ਨਾਗਮਣੀ 'ਚ ਮੇਰੀ ਕੋਈ ਰਚਨਾ ਜਾਣੀ, ਉਹਨੇ ਮੈਨੂੰ ਚਿੱਠੀ ਲਿਖਣੀ ਕਿ ਤੁਹਾਡੀ ਰਚਨਾ ਪਹੁੰਚ ਗਈ, ਅਸੀਂ ਇਹਨੂੰ ਛਾਪ ਰਹੇ। ਉਸ ਟਾਈਮ ਦੇ ਵਿੱਚ ਜਿਹਦੀ ਕਿਸੇ ਲੇਖਕ ਦੀ ਜਿਹੜੀ ਕਲਾ ਹੈਗੀ ਆ, ਜੀ, ਉਹ ਪ੍ਰੀਤ ਲੜੀ ਤੇ ਨਾਗਮਣੀ 'ਚ ਲਿਖੀ ਜਾਂਦੀ ਤੇ ਉਹ ਆਪਣੇ ਆਪ 'ਚ ਧੰਨ ਭਾਗ ਹੁੰਦਾ ਸੀ। ਧੰਨ ਭਾਗ ਹੁੰਦੇ ਸੀ, ਹਾਂ, ਕਿਉਂਕਿ ਉਹ ਸਮਾਂ ਬਹੁਤ ਵਧੀਆ ਸਮਾਂ ਸੀਗਾ ਅਤੇ ਉਹ ਰਸਾਲਿਆਂ 'ਚ ਛਪਣਾ ਆਪਣੇ ਆਪ ਸਮਝ ਲਓ ਵੀ ਇੱਕ ਲੇਖਕ ਬਣਨ ਦੇ ਉੱਤੇ ਜਿਹੜੀ ਮੋਹਰ ਲਾਈ ਜਾਂਦੀ ਸੀ। ਸੋ ਇਸ ਤਰ੍ਹਾਂ ਦਾ ਮੈਨੂੰ ਉਤਸ਼ਾਹ ਮਿਲਿਆ ਅਤੇ ਮੈਂ ਫਿਰ ਨਿਰੰਤਰ ਆਪਣਾ ਇਹ ਫਰਜ਼ ਵੀ ਸਮਝਿਆ, ਮਤਲਬ ਕਿ ਮੈਨੂੰ ਬਤੌਰ ਇੱਕ ਲੇਖਕ ਦੇ, ਬਤੌਰ ਇੱਕ ਅਧਿਆਪਕ ਦੇ, ਮੈਨੂੰ ਆਪਣੀ ਮਾਂ ਬੋਲੀ ਵਿੱਚ ਵੱਧ ਤੋਂ ਵੱਧ ਸਿਰਜਣਾ ਕਰਨੀ ਚਾਹੀਦੀ। ਅੱਛਾ, ਉਸ ਤੋਂ ਬਾਅਦ ਜਦੋਂ ਤੁਸੀਂ ਮੁੰਡਿਆਂ ਦੇ ਜਿਹੜੇ ਕਾਲਜ ਹੈਗਾ ਸੈਕਟਰ 11 ਚੋਂ ਗ੍ਰੈਜੂਏਸ਼ਨ ਕੀਤੀ, ਫਿਰ ਤੁਸੀਂ B.Ed ਕੀਤੀ ਹੈਗੀ, ਐਜੂਕੇਸ਼ਨ ਡਿਪਾਰਟਮੈਂਟ 'ਚ ਕੰਮ ਕੀਤਾ, ਐਜ਼ ਏ ਲੈਕਚਰਰ ਕੀਤਾ ਹੈਗਾ। ਜੀ। ਇੱਕ ਅਧਿਆਪਕ ਦਾ ਇੱਕ ਜਿਹੜਾ ਰਿਸ਼ਤਾ ਹੈਗਾ ਉਹ ਬੱਚਿਆਂ ਨਾਲ ਵੀ ਜ਼ਿਆਦਾ ਹੈਗਾ ਤੇ ਸਾਹਿਤ ਨਾਲ ਉਹਦਾ ਜੁੜਨਾ ਇੱਕ ਸੁਭਾਵਿਕ ਹੈਗਾ, ਤੇ ਉਹਨਾਂ ਦੋਨਾਂ ਦਾ ਰਿਸ਼ਤਾ ਬਹੁਤ ਜ਼ਿਆਦਾ ਗੂੜਾ ਹੈਗਾ। ਹਾਂ। ਤੇ ਤੁਹਾਨੂੰ ਕਿਵੇਂ ਚੱਲਦੇ ਰਹੇ ਨਾਲ? ਅਸਲ 'ਚ ਮੇਰੇ ਵਾਸਤੇ ਮੈਂ ਇਹ ਸਮਝਦਾ ਕਿ ਮੇਰੇ ਵਾਸਤੇ ਅਧਿਆਪਨ ਦਾ ਕਿੱਤਾ ਨਾ ਹੈ ਬੜਾ ਭਾਗਾ ਹੋਇਆ, ਸੁਭਾਗੜਾ ਹੋਇਆ, ਕਿਉਂਕਿ ਉੱਥੇ ਬੱਚਿਆਂ ਨਾਲ ਵਿਚਰਨਾ, ਉਹਨਾਂ ਨੂੰ ਪੜ੍ਹਾਉਣਾ ਅਤੇ ਆਪ ਪੜ੍ਹਨਾ, ਕਿਉਂਕਿ ਅਧਿਆਪਕ ਨੂੰ ਸਦਾ ਹੀ ਗਿਆਨਵਾਨ ਹੋਣਾ ਚਾਹੀਦਾ। ਅਤੇ ਮੇਰਾ ਖਿਆਲ ਹੈ ਕਿ ਅਧਿਆਪਨ ਦੇ ਕਿੱਤੇ ਦੇ ਨਾਲ ਮੈਨੂੰ ਇਹ ਫਾਇਦਾ ਹੋਇਆ ਕਿ ਮੈਂ ਆਪਣੀ ਸਹਿਤ ਸਿਰਜਣਾ ਕਰਨ ਵਿੱਚ ਅਤੇ ਸਾਹਿਤ ਅਧਿਐਨ ਕਰਨ ਦੇ ਵਿੱਚ ਮੈਨੂੰ ਮੌਕਾ ਵੀ ਮਿਲਦਾ ਰਿਹਾ, ਕਿਉਂਕਿ ਵਿਦਿਆਰਥੀ ਦਾ ਜੀਵਨ ਇਹ ਹੈ ਕਿ ਪੜ੍ਹਨਾ ਲਿਖਣਾ ਸਿਖਾਉਣਾ, ਅਧਿਆਪਨ ਦਾ ਕਿੱਤੇ ਹੀ ਹੈ ਕਿ ਪੜ੍ਹੋ ਅਤੇ ਪੜ੍ਹਾਓ। ਸੋ ਇਸ ਕਰਕੇ ਮੈਨੂੰ ਇਸ ਤਰ੍ਹਾਂ ਦਾ ਜਾਣੀ ਉਹ ਅਧਿਆਪਨ ਦਾ ਜਿਹੜਾ ਕਿੱਤਾ ਮੇਰੇ ਲਈ ਸੁਖਾਵਾਂ ਵੀ ਰਿਹਾ ਅਤੇ ਮੇਰੀ ਪਛਾਣ ਵੀ ਬਣੀ ਭੁੱਲਰ ਸਾਹਿਬ ਬਹੁਤ, ਬਤੌਰ ਇੱਕ ਅਧਿਆਪਕ ਦੇ ਅਤੇ ਬਤੌਰ ਇੱਕ ਲੇਖਕ ਦੇ। ਅਤੇ ਇਸ ਗੱਲ ਦਾ ਮੈਨੂੰ ਮਾਣ ਵੀ ਹੈ ਕਿ ਮੈਂ
ਆਪਣੇ ਉਸ ਕਿੱਤੇ ਦੀ ਸੁਚਮਤਾ ਵੀ ਰੱਖੀ, ਕਿਉਂਕਿ ਦੇਖੋ ਅਧਿਆਪਨ ਦਾ ਕਿੱਤਾ ਜਿਹੜਾ ਨਾ ਬੜਾ ਬਹੁਤ ਪਵਿੱਤਰ ਹੈਗਾ। ਤੇ ਮੇਰੇ ਜਿਹੜੇ ਵਿਦਿਆਰਥੀ ਨੇ ਬੜੀਆਂ ਉੱਚੀਆਂ ਪਦਵੀਆਂ ਤੇ ਗਏ ਨੇ। ਮੈਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਮੈਨੂੰ ਇੱਕ ਅਧਿਆਪਨ ਕਰਕੇ ਤੇ ਇੱਕ ਲੇਖਕ ਦੇ ਤੌਰ ਤੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਇੱਕ ਮੈਂ ਕਹਿੰਦਾ ਵੀ ਬਹੁਤ ਅੱਛਾ ਇੱਕ ਮੌਕਾ ਹੈ ਕਿ ਮੈਨੂੰ ਉਹ ਮੌਕਾ ਮਿਲਦਾ ਰਿਹਾ ਤੇ ਮੈਂ ਪਰ ਆਪਣੀ ਸਹਿਰਤਾ ਤੇ ਮਿਹਨਤ ਨਿਰੰਤਰ ਕਾਇਮ ਰੱਖੀ। ਅੱਛਾ, ਤੁਸੀਂ 1957 ਚ ਲਿਖਣਾ ਸ਼ੁਰੂ ਕੀਤਾ, ਫਿਰ ਕਾਲਜ ਦੇ ਮੈਗਜ਼ੀਨ ਦੇ ਸੰਪਾਦਕ ਰਹੇ ਹੈਗੇ, ਪ੍ਰੀਤ ਲੜੀ ਚ ਛਪਦੇ ਰਹੇ, ਨਾਗਮਣੀ ਚ ਛਪਦੇ ਰਹੇ। ਜਿਹੜਾ ਲਿਖਤਾਂ ਸੀ ਤੁਹਾਡੀਆਂ ਉਹ ਕਿਤਾਬ ਦੇ ਰੂਪ ਚ ਕਦੋਂ ਸਰੋਤਿਆਂ ਨੂੰ ਮਿਲੀਆਂ ਹੈਗੀਆਂ, ਪਾਠਕਾਂ ਨੂੰ ਮਿਲੀਆਂ ਹੈਗੀਆਂ? ਅਸਲ ਵਿੱਚ ਬੜਾ ਵਧੀਆ ਤੁਹਾਡਾ ਇਹ ਪ੍ਰਸ਼ਨ ਹੈਗਾ, ਕਿਉਂਕਿ ਜਦੋਂ ਕੋਈ ਵੀ ਲੇਖ ਲਿਖਦਾ ਹੈ ਨਾ ਉਸ ਨੂੰ ਇਹ ਬੜੀ ਤੀਬਰ ਇੱਛਾ ਹੁੰਦੀ ਹੈ ਕਿ ਮੇਰੀ ਕੋਈ ਨਾ ਕੋਈ ਕਿਤਾਬ ਛਪੇ। ਤੇ ਸੱਚ ਜਾਣੋ ਮੇਰੀ ਜਿਹੜੀ ਪਹਿਲੀ ਕਿਤਾਬ ਸੀ ਨਾ ਕਵਿਤਾ ਦੀ, ਖਾਮੋਸ਼ ਚਸ਼ਮਾ, ਦੇਖੋ ਨਾ ਹੀ ਦੇਖੋ ਪਹਿਲਾਂ ਤਾਂ ਕਿਹਾ ਜਾਂਦਾ ਖਾਮੋਸ਼ ਚਸ਼ਮਾ ਹੈ ਜੀ, ਤੇ ਉਹ 1971 ਛਪੀ ਜਦੋਂ ਮੇਰਾ ਵਿਆਹ ਹੋ ਗਿਆ ਸੀਗਾ। ਉਹਦੇ ਵਿੱਚ ਨਾ ਭੁੱਲਰ ਸਾਹਿਬ ਮੈਂ ਇੱਕ ਨਜ਼ਮ, ਜਦੋਂ ਮੈਂ ਆਪਣੀ ਘਰ ਵਾਲੀ ਨੂੰ ਨਾ ਮਿਲਣ ਗਿਆ ਨਾ ਵਿਆਹ ਤੋਂ ਪਹਿਲਾਂ, ਉਹਦੇ ਬਾਅਦ ਮੁਲਾਕਾਤ ਦਾ ਰੰਗ, ਉਹ ਕਵਿਤਾ ਮੈਂ ਲਿਖੀ ਤੇ ਮੈਂ ਉਹ ਕਵਿਤਾ ਵੀ ਮੇਰੀ ਉਸ ਕਿਤਾਬ ਦੇ ਵਿੱਚ ਖਾਮੋਸ਼ ਚਸ਼ਮਾ 'ਚ ਹੈ 1971। ਉਹ ਤੋਂ ਬਾਅਦ 1975 'ਚ ਦਰਦ ਸੰਗ ਦੋਸਤੀ ਛਪੀ ਮੇਰੀ ਕਵਿਤਾ ਦੀ ਕਿਤਾਬ, ਫਿਰ ਰਾਤਾਂ ਪ੍ਰਭਾਤਾਂ ਛਪੀ ਹੈ, ਫਿਰ ਮਿੱਟੀ ਦਾ ਰੁਦਨ ਪੰਜਾਬ ਦੇ ਦੁਖਾਂਤ ਬਾਰੇ ਨਜ਼ਮਾਂ ਨੇ, ਇਸੇ ਤਰ੍ਹਾਂ ਫਿਰ ਅਗਮ ਗੋਚਰ ਛਪੀ, ਪਿੱਛੇ ਜੇ ਹੁਣ ਮੇਰੀ ਸ਼ਾਇਰੀ ਸਾਗਰ ਕਿਤਾਬ ਛਪੀ। ਇਹ ਮੇਰਾ ਜਿਹੜਾ ਪ੍ਰੌੜ ਸਾਹਿਤ ਨਾ ਕਵਿਤਾ ਦਾ ਉਹ ਸੀ। ਪਰ ਬੱਚਿਆਂ ਦੇ ਲਈ ਮੈਨੂੰ ਫਿਰ ਮਹਿਸੂਸ ਹੋਇਆ ਕਿ ਬੱਚਿਆਂ ਲਈ ਪੰਜਾਬੀ ਜਿਹੜਾ ਬਾਲ ਸਾਹਿਤ ਹੈ ਉਹਦੀ ਬੜੀ ਘਾਟ ਹੈ। ਅੱਛਾ, ਆਪਾਂ ਬੱਚਿਆਂ ਦੇ ਬਾਅਦ ਕਰਾਂਗੇ, ਮੈਂ ਉਸੇ ਤੇ ਆਉਣਾ ਜੀ। ਖਾਮੋਸ਼ ਚਸ਼ਮਾ ਉਹ ਜਿਹੜੀ ਤੁਹਾਡੀ ਮੁਲਾਕਾਤ ਸੀ ਦੋਨਾਂ ਦੀ, ਉਹ ਉਹਦਾ ਹਿੱਸਾ ਬਣੀ ਹੈਗੀ? ਹਾਂ, ਉਹਦਾ ਹਿੱਸਾ ਬਣੀ। ਇਹ ਵੀ ਸਮਰਪਿਤ ਵੀ ਹੋ ਸਕਦੀ, ਇੱਕ ਦੋ ਦਿਲਾਂ ਦਾ ਮੇਲ ਉਹ ਕਿਤਾਬ ਦੇ ਰੂਪ ਚ ਆਏਗਾ। ਹਾਂ 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 ਹਾਂ, ਉਹ ਫਿਰ ਉਹਦਾ ਮੈਂ ਲਿਖੀ ਵਾਕਫਾਂ ਤੇ ਨਾ ਵਾਕਫਾਂ ਦੇ ਨਾਂ, ਉਹ ਮੈਂ ਸਮਰਪਿਤ ਵੀ ਦੇਂਗੇ ਉਹਦਾ ਨਾਲ। ਮੈਂ ਜਿਹੜੀ ਕਵਿਤਾ ਤਾਂ ਹੁਣ ਮੇਰੇ ਉਹ ਯਾਦ ਨਹੀਂ ਨਾ ਹੈਗੀ, ਮੈਂ ਮੁਲਾਕਾਤ ਦਾ ਰੰਗ ਉਸ ਨਜ਼ਮ ਦਾ ਨਾਮ ਸੀਗਾ। ਅੱਛਾ, ਮੇਰੀ ਇੱਕ ਖੁਸ਼ਕਿਸਮਤੀ ਇਹ ਵੀ ਹੈ ਭੁੱਲਰ ਸਾਹਿਬ ਕਿ ਮੇਰੀ ਜਿਹੜੀ ਘਰ ਵਾਲੀ ਹੈ ਦਲਜੀਤ ਕੌਰ ਦਾ, ਉਹ ਆਪ ਖੁਦ ਵੀ ਇੱਕ ਲੇਖਕਾ ਹੈ। ਅੱਛਾ, ਦੇਖੋ ਕੀ ਕਮਾਲ ਦੀ ਗੱਲ ਹੈ, ਕੁਦਰਤੀ ਵਰਤਾਰਾ ਕਿ ਮੈਂ ਵੀ ਕਾਲਜ ਮੈਗਜ਼ੀਨ ਦੇ ਵਿੱਚ ਐਡੀਟਰ ਤੇ ਵਧੀਆ ਲਿਖ ਰਿਹਾ, ਉਹ ਇਸ ਕਾਲਜ ਖੰਨੇ ਪੜ੍ਹੀ, ਸਮਰਾਲਾ ਹੈਗਾ ਉਹਦਾ ਪੇਕਿਆ ਘਰ, ਤੇ ਉੱਥੇ ਉਹ ਵੀ ਆਪਣੇ ਕਾਲਜ ਦੇ ਵਿੱਚ ਬਤੌਰ ਲੇਖਕਾ ਸਨਮਾਨਿਤ ਹੁੰਦੇ ਨੇ। ਸ਼ਾਇਦ ਇਸੇ ਕਰਕੇ ਕਹਿੰਦੇ ਕਿ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ। ਉਹ ਇਸ ਕਰਕੇ ਨਾ ਸਾਨੂੰ ਜਿਹੜੀ ਲਿਖਣ ਪ੍ਰਕਿਰਿਆ ਨਾ ਇਹ ਸਾਡਾ ਜਿਹੜੀ ਦੋਵਾਂ ਦਾ ਇਸ ਤਰ੍ਹਾਂ ਮਿਲਣਾ ਮੈਨੂੰ ਉਸਨੇ ਬੜਾ ਉਤਸ਼ਾਹਿਤ ਕੀਤਾ। ਮੈਂ ਜਿਸ ਸਥਿਤੀ ਤੇ ਅੱਜ ਪਹੁੰਚਿਆ ਉਹਦੇ ਵਿੱਚ ਦਲਜੀਤ ਕੌਰ ਨਾਮ ਦਾ ਬਹੁਤ ਵੱਡਾ ਹੱਥ ਹੈਗਾ, ਤੇ ਹੁਣ ਉਹ ਵੀ ਲੇਖਕਾ ਹੈ, ਉਹਦੇ ਵਿੱਚ 4-5 ਕਿਤਾਬਾਂ ਆ ਗਈਆਂ ਨੇ। ਆਪਾਂ ਬਾਲ ਸਾਹਿਤ ਦੀ ਗੱਲ ਕਰਦੇ, ਤੁਹਾਨੂੰ ਬਾਲ ਸਾਹਿਤ ਦਾ ਪਿਤਾਮਾ ਆਖਿਆ ਜਾਂਦਾ ਹੈਗਾ। ਜਿਹੜੇ ਬੱਚੇ ਬਚਪਨ ਹੈ ਨਾ, ਬੜੀਆਂ ਨਾ ਇੱਕ ਕੱਚੀ ਸਲੇਟ ਵਾਂਗ ਹੁੰਦਾ, ਇਹਨਾਂ ਦੇ ਤੁਸੀਂ ਮਨੋਵਿਗਿਆਨਿਕ ਤੌਰ ਤੇ ਕੀ ਸੋਚ ਕੇ ਲਿਖਦੇ ਹੈਗੇ? ਕਿਉਂਕਿ ਬੱਚਿਆਂ ਬਾਰੇ ਲਿਖਣਾ ਸ਼ਾਇਦ ਸਭ ਤੋਂ ਔਖਾ ਹੋਵੇ, ਲਿਖਣਾ ਤਾਂ ਵੈਸੇ ਔਖਾ ਹੀ ਹੈ, ਪਰ ਬਚਪਨ ਬਾਰੇ ਲਿਖਣਾ ਗਏ ਤਾਂ ਬਹੁਤ ਔਖਾ ਨਾ, ਉਹਨੂੰ ਕਿਵੇਂ ਤੁਸੀਂ ਲਿਖਦੇ ਹੈਗੇ? ਉਸ ਵਿੱਚ ਗੱਲ ਇਹ ਬੋਲਦਾ ਬੜਾ ਇਹ ਬੜਾ ਗੰਭੀਰ ਵਿਸ਼ਾ ਹੈ ਤੇ ਬੜਾ ਥੋੜਾ ਪ੍ਰਸ਼ਨ ਵੀ ਬੜਾ ਮਹੱਤਵਪੂਰਨ ਹੈ। ਅਸੀਂ ਸਾਰੇ ਜਿਹੜੇ ਵਿਦਵਾਨ ਲੇਖਕ ਨੇ ਜਾਂ ਹੋਰ ਉਹ ਮਹਿਸੂਸ ਵੀ ਕਰਦੇ ਹਾਂ ਕਿ ਪੰਜਾਬੀ ਬਾਲ ਸਾਹਿਤ ਵੱਲ ਗੌਰ ਨਹੀਂ ਕੀਤੀ ਗਈ, ਬੜਾ ਘੱਟ ਲਿਖਿਆ ਗਿਆ। ਇਹਦੇ ਵਿੱਚ ਗੱਲ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨਾ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਪਹਿਲੀ ਤਾਂ ਗੱਲ ਇਹ ਕਿ ਤੁਹਾਨੂੰ ਬੱਚਿਆਂ ਪ੍ਰਤੀ ਬਹੁਤ ਮੁਹੱਬਤ ਹੋਣੀ ਚਾਹੀਦੀ ਹੈ। ਬੱਚੇ ਦੀ ਜਿਹੜੀ ਮਾਸੂਮੀਅਤ ਹੈ, ਬੱਚੇ ਦਾ ਜਿਹੜਾ ਕੋਮਲ ਹਿਰਦਾ, ਜਦੋਂ ਤੱਕ ਤੁਸੀਂ ਤੁਹਾਡੇ ਅੰਦਰ ਉਸ ਮਾਸੂਮੀਅਤ, ਉਸ ਜਿਹੜੀ ਉਹਨਾਂ ਦੀ ਬੱਚਿਆਂ ਦੀ ਕਲਪਨਾ ਹੈ, ਬਾਲ ਕਲਪਨਾ, ਉਹਦਾ ਅਹਿਸਾਸ ਨਹੀਂ ਹੈ ਤਾਂ ਤੁਸੀਂ ਵਧੀਆ ਨਹੀਂ ਲਿਖ ਸਕਦੇ। ਦੂਸਰੀ ਗੱਲ ਹੈ ਕਿ ਬੱਚਿਆਂ ਦੀ ਜਿਹੜੀ ਉਮਰ ਹੈ ਨਾ, ਕਿ ਆਯੂ ਗੁੱਟ ਅਸੀਂ ਕਹਿੰਦੇ ਕਿ ਤੁਸੀਂ ਤੁਹਾਡੇ ਸਾਹਮਣੇ ਬੱਚੇ ਦੀ ਉਮਰ ਦਾ ਜਿਹੜਾ ਤਕਾਜ਼ਾ ਹੋਣਾ ਚਾਹੀਦਾ ਹੈ ਕਿ ਕਿਸ ਉਮਰ ਲਈ ਤੁਸੀਂ ਤੁਹਾਡੀ ਕਵਿਤਾ ਜਾਂ ਰਚਨਾ ਜਿਹੜੀ ਹੈਗੀ ਉਹ ਸੰਬੋਧਨ ਹੋ ਰਹੀ ਹੈ। ਇਸ ਕਰਕੇ ਅਸੀਂ ਉਹਨੂੰ ਕਹਿੰਦੇ ਕਿ ਮਨੋਵਿਗਿਆਨ ਜਿਹੜਾ ਬਾਲ ਮਨੋਵਿਗਿਆਨ, ਇਹ ਇੱਕ ਜਿਹੜੀ ਆਧਾਰ ਹੈ ਲਿਖਣ ਦੇ ਲਈ ਬਾਲ ਸਾਹਿਤ। ਉਹਦੇ ਲਈ ਤੁਹਾਨੂੰ ਬੱਚੇ ਦੀ ਜਿਹੜੀ ਵਿਗਿਆਨਕ ਜਿਹੜੀ ਉਹਦੀ ਸਥਿਤੀ ਹੈ, ਉਹਦੀ ਕਲਪਨਾ ਹੈ, ਉਹਦੀ ਮਾਸੂਮਤ ਹੈ, ਉਹਦੀ ਮੁਹੱਬਤ ਹੈ, ਉਹਦਾ ਹੱਸਣਾ ਖੇਡਣਾ ਦੌੜਨਾ ਭੱਜਣਾ। ਦੂਸਰੀ ਗੱਲ ਉਸਨੂੰ ਆਪਣੇ ਆਲੇ ਦੁਆਲੇ ਦੇ ਨਾਲ ਵਾਕਫ ਕਰਾਉਣਾ, ਕਿਉਂਕਿ ਬੱਚੇ ਦੀ ਜਿਹੜੀ ਸ਼ਖਸੀਅਤ ਹੈ ਨਾ ਉਹਦੇ ਉੱਤੇ ਉਹਦੇ ਆਲੇ ਦੁਆਲੇ ਦਾ
ਮੁੱਖ ਪ੍ਰਭਾਵ ਹੁੰਦਾ ਹੈ। ਬਿਲਕੁਲ ਸੋ ਇਸ ਕਰਕੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ ਖੇਤਰ ਜਾਂ ਕਿਸ ਸੱਭਿਆਚਾਰ ਦੇ ਬੱਚਿਆਂ ਲਈ ਲਿਖ ਰਹੇ ਹੋ, ਉਸ ਤਰ੍ਹਾਂ ਦਾ ਜਿਹੜਾ ਵਿਸ਼ਾ ਵਸਤੂ ਹੈ ਤੁਹਾਡੀ ਰਚਨਾ ਦਾ ਹੋਵੇ। ਦੂਸਰੀ ਜਿਹੜੀ ਵੱਡੀ ਗੱਲ ਹੈ ਉਹ ਤੁਹਾਡੇ ਤੇ ਭਾਸ਼ਾ ਦੀ ਬੜੀ ਜਿਹੜੀ ਹੈ ਨਾ ਪਕੜ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਦੇਖੋ ਨਾ ਵੀ ਤੁਸੀਂ ਹੁਣ ਤਿਤਲੀ ਉੱਤੇ ਕਵਿਤਾ ਲਿਖਣ ਲੱਗੇ ਤਾਂ ਤੁਹਾਡੇ ਕੋਲ ਖੂਬਸੂਰਤ ਸ਼ਬਦ ਹੋਣ, ਰੰਗਾਂ ਵਰਗੇ ਕੂਲੇ ਕੂਲੇ ਤੁਹਾਡੇ ਸ਼ਬਦ ਹੋਣ, ਤਾਂ ਕਿ ਤੁਸੀਂ ਤਿਤਲੀ ਬਾਰੇ ਲਿਖ ਰਹੇ ਤੇ ਤਿਤਲੀ ਬਾਰੇ ਲਿਖਣ ਵੇਲੇ ਤੁਹਾਡੀ ਕਲਪਨਾ ਜਿਹੜੀ ਉਸ ਤਰ੍ਹਾਂ ਉਡਾਰੀਆਂ ਮਾਰਨੀ ਚਾਹੀਦੀ, ਉਹੋ ਜਿਹੇ ਤੁਹਾਡੇ ਕੋਲ ਸ਼ਬਦ ਹੋਣ, ਉਹੋ ਜਿਹੇ ਰੰਗਾਂ ਵਾਲੇ ਸ਼ਬਦ ਜਿਹਨੂੰ ਕਹਿੰਦੇ ਸੀ, ਕੂਲੇ ਕੋਲੇ ਸ਼ਬਦ ਸੂਖਮ ਹੋਣ। ਤੇ ਫਿਰ ਉਸ ਬੱਚਾ ਕਿਵੇਂ ਤੁਹਾਨੂੰ ਦੇਖ ਰਿਹਾ ਤਿਤਲੀ ਨੂੰ, ਤੇ ਉਹ ਬੱਚਾ ਆਪ ਖੁਦ ਤਿਤਲੀ ਬਣਨਾ ਚਾਹੁੰਦਾ, ਉੱਡਣਾ ਚਾਹੁੰਦਾ। ਇਸ ਤਰ੍ਹਾਂ ਦਾ ਜੇ ਤੁਹਾਡੇ ਕੋਲ ਅਹਿਸਾਸ ਹੋਏਗਾ ਨਾ, ਤਾਂ ਤੁਸੀਂ ਉਹ ਬੱਚਿਆਂ ਲਈ ਨਿਸ਼ਚੇ ਵਧੀਆ ਲਿਖ ਸਕੋਗੇ। ਜਿਹੜੀ ਭਾਸ਼ਾ ਉੱਤੇ ਜਿਹੜੀ ਪਕੜ ਹੈ ਨਾ, ਔਰ ਉਸ ਵਿਸ਼ੇ ਬਾਰੇ ਜਿਸ ਬਾਰੇ ਤੁਸੀਂ ਲਿਖਣ ਲੱਗੇ ਹੋ ਉਹਦੇ ਬਾਰੇ ਤੁਹਾਡੇ ਕੋਲ ਵੱਧ ਤੋਂ ਵੱਧ ਗਿਆਨ ਹੋਣਾ ਚਾਹੀਦਾ, ਤਾਂ ਕਿ ਬੱਚਾ ਕੋਈ ਵੀ ਇਹੋ ਜਿਹੀ ਗੱਲ ਬਚਪਨ 'ਚ ਨਾ ਸਿੱਖ ਸਕੇ ਕਿ ਜਿਹੜੀ ਦਾ ਅੱਗੇ ਜਾ ਕੇ ਉਸ ਨੂੰ ਮਾਯੂਸ ਕਰੇ। ਇਸ ਕਰਕੇ ਲਿਖਣ ਲਈ ਬੜੀ ਜ਼ਿੰਮੇਵਾਰੀ ਦੇ ਨਾਲ, ਬੱਚਿਆਂ ਲਈ ਲਿਖਣ ਲਈ ਬਹੁਤ ਜਾਤ ਪਾਤ ਧਰਮ ਊਚ ਨੀਚ ਜਿਹੜੀ ਵਰਗ ਵੰਡ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਤੋਂ ਗੁਰੇਜ਼ ਕਰਕੇ ਬੱਚੇ ਨੂੰ ਅਸੀਂ ਤਾਂ ਮਾਨਵਤਾ ਦੇ ਨਾਲ ਜੋੜਨਾ, ਉਹਦੇ ਅੰਦਰ ਸਾਂਝੀਵਾਲਤਾ ਦਾ ਸੰਦੇਸ਼ ਦੇਣਾ, ਉਸ ਦੀ ਸ਼ਖਸੀਅਤ ਨੂੰ ਅਸੀਂ ਬਹੁਤ ਪੱਖੀ ਜਿਹੜੀ ਹੈ ਨਾ ਉਹ ਬਣਾਉਣਾ। ਇਸ ਕਰਕੇ ਬਾਲ ਸਾਹਿਤ ਲਿਖਣ ਲਈ ਇਹ ਗੱਲਾਂ ਜਿਹੜੇ ਨੇ ਬੜੀਆਂ ਹੀ ਜ਼ਰੂਰੀ ਹੈ ਤੇ ਬਹੁਤ ਜ਼ਿੰਮੇਵਾਰੀ ਦਾ ਕੰਮ ਹੈਗਾ। ਬੰਦਸ਼ਾਂ ਨੇ ਬਹੁਤ ਸਾਰੀਆਂ। ਹੁਣ ਕਈ ਸ਼ਬਦ ਅਸੀਂ ਨਹੀਂ ਪੜ੍ਹ ਸਕਦੇ, ਕਈ ਵਿਸ਼ਿਆਂ ਉੱਤੇ ਅਸੀਂ ਲਿਖਣ ਵੇਲੇ ਗਰੇਜ਼ ਕਰਾਂਗੇ। ਉਂਝ ਬੱਚੇ ਦੇ ਲਈ ਹਰ ਵਿਸ਼ੇ 'ਤੇ ਲਿਖਣ ਦੀ ਲੋੜ ਹੈਗੀ, ਤੇ ਮੈਂ ਬੜੀ ਕੋਸ਼ਿਸ਼ ਕੀਤੀ ਹੈ। ਮੈਂ ਫੁੱਲਾਂ ਬਾਰੇ ਵੀ ਲਿਖੀਆਂ ਵੱਖਰੀਆਂ, ਮੈਂ ਫੁੱਲਾਂ ਬਾਰੇ ਕਿਤਾਬ ਲਿਖੀ, ਰੁੱਖਾਂ ਬਾਰੇ ਲਿਖੀ, ਪੰਛੀਆਂ ਬਾਰੇ ਲਿਖੀ, ਫਲਾਂ ਬਾਰੇ ਲਿਖੀ, ਪਾਣੀ ਬਾਰੇ ਲਿਖੀ। ਜਾਂ ਹੁਣ ਇਸ ਵੇਲੇ ਜਿਹੜਾ ਸਮਕਾਲ ਹੈ, ਜਿਹੜੀਆਂ ਅੱਜ ਦੀਆਂ ਪ੍ਰਸਥਿਤੀਆਂ ਨੇ, ਸਮਾਜਿਕ ਸਰੋਤ, ਉਹਨਾਂ ਬਾਰੇ ਵੀ ਬੱਚਿਆਂ ਨੂੰ ਪਰ ਦੱਸਣਾ ਕਿ ਉਹ 'ਚ ਕਲਾਤਮਕਤਾ ਹੋਵੇ, ਰੌਚਕਤਾ ਹੋਵੇ। ਜੇ ਦੇਖੋ ਹਾਂ, ਉਹ 'ਚ ਮਨੋਰੰਜਨ ਜਿਹੜਾ ਨਾ, ਜਿਹੜੀਆਂ ਸਾਡੀਆਂ ਪਹਿਲੀਆਂ ਕਹਾਣੀਆਂ ਨੇ ਪੰਚਤੰਤਰ ਦੀਆਂ, ਹਿਤਉਪਦੇਸ਼ ਦੀਆਂ, ਉਹਨਾਂ ਦੇ ਵਿੱਚ ਰੌਚਕਤਾ। ਪਰ ਹੁਣ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਸਾਡੀ ਜੀਵਨ ਸ਼ੈਲੀ ਬਦਲ ਗਈ ਹੈ, ਸਾਡੇ ਕੋਲ ਸਾਧਨ ਬੜੇ ਆ ਗਏ ਨੇ, ਇਸ ਕਰਕੇ ਸਾਨੂੰ ਅੱਜ ਦੇ ਬੱਚੇ ਲਈ ਲਿਖਣ ਲਈ ਜੋ ਅੱਜ ਵਰਤਾਰਾ ਹੈ ਸਮਾਜ ਦਾ, ਉਹਦੇ ਵਿੱਚੋਂ ਚੰਗੀਆਂ ਗੱਲਾਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ, ਵਿਗਿਆਨਕ ਸੋਚ ਹੈ, ਉਹਨਾਂ ਨੂੰ ਮੁੱਖ ਰੱਖ ਕੇ ਲਿਖਣ ਦੀ ਲੋੜ ਹੈ। ਇਸੇ ਕਰਕੇ ਬਾਲ ਸਾਹਿਤ ਲਿਖਣ ਲਈ ਕਹਿ ਦਿੰਦੇ ਦਿਲ ਵੱਡਾ ਚਾਹੀਦਾ, ਦਿਲ ਵੱਡਾ ਚਾਹੀਦਾ। ਅੱਛਾ, ਇੱਕ ਹੋਰ ਗੱਲ, ਬਾਲ ਸਾਹਿਤ ਦੀਆਂ ਕਿੰਨੀਆਂ ਕੀ ਵਿਧੀਆਂ ਹੈਗੀਆਂ, ਕਿਵੇਂ ਲਿਖਿਆ ਜਾ ਸਕਦਾ? ਸਿਰਫ ਕਹਾਣੀਆਂ 'ਚ, ਗੀਤਾਂ 'ਚ ਤੇ ਕਾਵਿ 'ਚ? ਨਹੀਂ, ਇਹ ਬਹੁਤ ਥੋੜ੍ਹਾ ਪ੍ਰਸ਼ਨ ਵੀ ਬੜਾ ਜ਼ਰੂਰੀ ਹੈ ਇਸ ਵੇਲੇ, ਇਸ ਉੱਤੇ ਵਿਚਾਰ ਕਰਨੀ। ਅਸਲ 'ਚ ਜਿਹੜਾ ਬਾਲ ਸਾਹਿਤ ਦਾ ਜਿਹੜਾ ਮੁੱਢਲਾ ਰੂਪ ਹੈ ਨਾ, ਕਾਵਿ ਰੂਪ, ਉਹ ਲੋਰੀ ਤੋਂ ਅਸੀਂ ਮੰਨਦੇ ਹਾਂ। ਅੱਛਾ, ਲੋਰੀ। ਹਾਂ, ਉੱਥੋਂ ਅਸੀਂ ਛੋਟੇ ਬੱਚਾ ਜਿਹੜਾ ਉਹਦੇ ਜਾਣੀ ਚੰਗੇ ਭਵਿੱਖ ਲਈ, ਉਹਦੀ ਤੰਦਰੁਸਤੀ ਲਈ, ਉਹਦੀ ਖੁਰਾਕ ਲਈ, ਉਹਦੇ ਸੁਪਨੇ ਸਾਕਾਰ ਕਰਨ ਲਈ ਲੋਰੀਆਂ ਜਿਹੜੀਆਂ ਨੇ ਉਹ ਸਾਡਾ ਮੁੱਢਲਾ ਰੂਪ ਹੈ ਬਾਲ ਸਾਹਿਤ ਦਾ। ਉਸ ਤੋਂ ਬਾਅਦ ਨਿੱਕੀਆਂ ਨਿੱਕੀਆਂ ਕਹਾਣੀਆਂ, ਜਿਵੇਂ ਦਾਦਾ ਦਾਦੀ, ਨਾਨਾ ਨਾਨੀ, ਸਾਡਾ ਜੋ ਪਰਿਵਾਰਕ ਸਾਂਝ ਹੁੰਦੀ ਸੀ, ਇਕੱਠੇ ਹੁੰਦੇ ਸੀ ਜਦੋਂ, ਉਸ ਵੇਲੇ ਸਾਡੇ ਬਜ਼ੁਰਗ ਜਿਹੜੇ ਨੇ ਬੱਚਿਆਂ ਨੂੰ ਗੋਦੀ 'ਚ ਬਿਠਾਲ ਕੇ ਹੈ ਜੀ ਰਾਤਾਂ ਦਾ ਨਿੱਘ ਮਾਣਦੇ ਸੀ, ਉਹਨਾਂ ਨੂੰ ਕਹਾਣੀਆਂ ਸੁਣਾਉਣੀਆਂ, ਕਈ ਵਾਰ ਇਤਿਹਾਸ 'ਚੋਂ, ਗੁਰਬਾਣੀ 'ਚੋਂ ਸਾਖੀਆਂ ਸੁਣਾਉਣੀਆਂ, ਉਹ ਇੱਕ ਕਹਾਣੀ ਰੂਪ ਹੋ ਗਿਆ। ਉਸ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਕਵਿਤਾਵਾਂ ਜਿਹੜੇ ਨੇ ਹਰ ਵਿਸ਼ੇ 'ਤੇ ਕਾਵਿ ਰੂਪ ਹੋ ਗਿਆ, ਤੇ ਨਿੱਕੇ ਨਿੱਕੇ ਇਕਾਂਗੀ ਹੋ ਸਕਦੇ, ਨਿੱਕੇ ਨਿੱਕੇ ਨਾਟਕ ਹੋ ਸਕਦੇ, ਤੇ ਇਸੇ ਤਰ੍ਹਾਂ ਚੁਟਕਲੇ ਹੋ ਸਕਦੇ ਨੇ ਬੱਚਿਆਂ ਵਾਸਤੇ। ਦਾਊ ਸਾਹਿਬ, ਕਿੰਨਾ ਕਿ ਲਿਖ ਦਿੱਤਾ ਤੁਸੀਂ ਬਾਲ ਸਾਹਿਤ, ਤੇ ਬਾਲ ਸਾਹਿਤ ਤੋਂ ਇਲਾਵਾ ਹੋਰ ਕੁਝ ਵੀ ਲਿਖਿਆ ਹੈਗਾ? ਅਸਲ 'ਚ ਬਾਲ ਸਾਹਿਤ ਤੋਂ ਵੱਲ ਤਾਂ ਮੈਂ 1971 71 ਦੇ ਵਿੱਚ ਪਾਸਾ ਮੋੜਿਆ। ਅੱਛਾ। ਅਸਲ 'ਚ ਮੈਂ ਮਹਿਸੂਸ ਕੀਤਾ, ਮੈਨੂੰ ਥੋੜ੍ਹੀ ਜਿਹੀ ਅੰਦਰ ਖਿਝ ਜਿਹੀ ਵੀ ਆਈ। ਮੈਂ ਕਿਹਾ ਜੇ ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿੱਚ ਬੱਚਿਆਂ ਲਈ ਲੇਖਕ ਵਧੀਆ ਲਿਖ ਰਹੇ ਨੇ, ਤੇ ਮੈਂ ਇੱਕ ਅਧਿਆਪਕ ਵੀ ਹਾਂ, ਤੇ ਮੈਂ ਇੱਕ ਕਵਿਤਾ ਲਿਖਣ ਵਾਲਾ ਸ਼ਾਇਰ ਵੀ ਹਾਂ, ਤੇ ਮੈਂ ਮਹਿਸੂਸ ਕੀਤਾ ਕਿ ਮੈਨੂੰ ਆਪਣੀ ਮਾਂ ਬੋਲੀ ਦੇ ਵਿੱਚ ਵੱਧ ਤੋਂ ਵੱਧ ਇਸ ਪਿੜ ਨੂੰ ਪੂਰਾ ਕਰਨ ਦੇ ਲਈ ਲਿਖਣਾ ਚਾਹੀਦਾ। ਪ੍ਰੋਫੈਸਰ ਪ੍ਰੀਤਮ ਸਿੰਘ ਪਟਿਆਲੇ ਵਾਲੇ ਮੈਨੂੰ ਅਕਸਰ ਥਾਪੜਾ ਦਿੰਦੇ ਹੁੰਦੇ ਸੀ ਕਿ ਹੋਰ ਕੰਮ ਤੂੰ ਜੋ ਮਰਜ਼ੀ ਕਰ, ਪਰ ਤੂੰ ਬਾਲ ਸਾਹਿਤ ਦੇ ਖੇਤਰ ਦੇ ਵਿੱਚ ਵੱਧ ਤੋਂ ਵੱਧ, ਕਿਉਂਕਿ ਤੇਰੇ ਕੋਲ ਸਮਰੱਥਾ ਹੈ। ਤੇ ਇਸ ਕਰਕੇ ਮੈਂ ਫਿਰ 1970 71 ਤੋਂ ਬਾਲ ਸਾਹਿਤ ਵੱਲ ਆਪਣੀ ਕਲਮ ਚੁੱਕੀ, ਤੇ ਮੇਰੀ ਪਹਿਲੀ ਜਿਹੜੀ ਕਿਤਾਬ ਸੀ ਬੱਚਿਆਂ ਵਾਸਤੇ, ਪੰਛੀਆਂ ਦੇ ਗੀਤ, ਉਹ ਜਦੋਂ ਛਪੀ ਨਾ ਭੁੱਲ ਤਾਂ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਯਾਰ ਮੇਰੀ ਵੀ ਪਹਿਲੀ ਕਿਤਾਬ ਛਪ ਗਈ ਬੱਚਿਆਂ ਲਈ, ਕਿਉਂਕਿ ਕੁਦਰਤੀ ਗੱਲ ਹੈ, ਪਹਿਲਾਂ ਮੇਰੀਆਂ ਦੂਜੀਆਂ ਕਾਵਿ ਸੰਗ੍ਰਹਿ ਛਪੇ ਸੀਗੇ। ਇਸ ਤਰ੍ਹਾਂ ਮੇਰੇ ਜਿਹੜੇ ਦੂਜੇ ਨੇ ਉਹ 7 ਕਾਵਿ ਸੰਗ੍ਰਹਿ ਨੇ, ਤੇ ਜਿਹੜੀ ਮਾਡਰਨ ਪੋਇਟਰੀ ਆਪਾਂ ਕਹਿ ਸਕਦੇ ਹਾਂ ਜਿਸ ਨੂੰ। ਉਸ ਤੋਂ ਬਾਅਦ ਮੇਰੀਆਂ ਕੋਈ 30 35 ਜਿਹੜੀਆਂ ਨੇ ਬਾਲ ਸਾਹਿਤ ਦੀਆਂ ਕਵਿਤਾ ਰਚਨਾਵਾਂ ਨੇ, ਜਿਨ੍ਹਾਂ ਦੇ ਵਿੱਚ ਕਹਾਣੀ ਸੰਗ੍ਰਹਿ ਵੀ ਨੇ, ਕਾਵਿ ਸੰਗ੍ਰਹਿ ਵੀ ਨੇ, ਜੀਵਨੀਆਂ ਵੀ ਨੇ, ਤੇ ਸੰਸਮਰਨ ਵੀ ਨੇ, ਤੇ ਵਿਸ਼ੇਸ਼ ਤੌਰ 'ਤੇ ਪੰਜਾਬੀ ਸੱਭਿਆਚਾਰ ਬਾਰੇ ਵੀ ਮੈਂ ਗੱਲ ਕੀਤੀ ਹੈ। ਇਸ ਤਰ੍ਹਾਂ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਇੱਕ ਵੱਖੋ ਵੱਖ ਜਿਹੜੇ ਪੰਜਾਬੀ
ਬਾਲ ਸਾਹਿਤ ਦਾ ਜਿਹੜਾ ਖੇਤਰ ਹੈ ਉਸ ਨੂੰ ਮੈਂ ਆਪਣੀ ਕਲਮ ਰਾਹੀਂ ਆਪਣੀ ਜਿਹੜੀ ਮੇਰੀ ਸਮਰੱਥਾ ਹੈ ਜਿੰਨੀ ਕਿ ਮੈਨੂੰ ਸੂਝ ਸਿਆਣਪ ਉਹਦੇ ਰਾਹ ਮੈਂ ਬਾਲ ਸਾਹਿਤ ਦੇ ਹਰ ਰੰਗ ਨੂੰ, ਧਰਤੀ ਦੇ ਰੰਗ ਇੱਕ ਮੇਰੀ ਪੁਸਤਕ ਹੈ, ਉਹ ਕਵਿਤਾ ਰਾਹੀਂ ਵਿਗਿਆਨਕ ਢੰਗ ਦੇ ਨਾਲ ਕਿ ਬੱਚਿਆਂ ਨੂੰ ਕਿਵੇਂ ਦੱਸਣਾ ਕਿ ਧਰਤੀ ਕੀ ਹੈ ਉਹ ਵੀ ਮੈਂ ਲਿਖੀ ਹੈ। ਅੱਛਾ, ਤੁਸੀਂ ਕਾਵਿ ਵੀ ਲਿਖਿਆ, ਬਾਲ ਸਾਹਿਤ ਵੀ ਲਿਖੇਗਾ, ਸੰਪਾਦਨਾ ਵੀ ਕੀਤੇ, ਇਸ ਤੋਂ ਇਲਾਵਾ ਹੋਰ ਵੀ ਕੀਤਾ? ਹਾਂ, ਉਹਦੇ ਨਾਲ ਦੋ, ਇੱਕ ਤੇ ਹੋ ਗਿਆ ਚਲੋ ਮੇਰੀ ਕਵਿਤਾ ਵਾਲਾ ਖੇਤਰ, ਦੂਜਾ ਬਾਲ ਸਾਹਿਤ ਵਾਲਾ, ਤੀਸਰਾ ਅਸਲ 'ਚ ਖੇਤਰ ਹੈ ਮੇਰਾ ਸੱਭਿਆਚਾਰ ਦਾ। ਅੱਛਾ, ਉਹ ਮੇਰੀ ਸੱਭਿਆਚਾਰਕ ਮੁਹਾਂਦਰੇ ਕਿਤਾਬ ਛਪੀ ਸੀ 1982 'ਚ, ਅਤੇ ਡਾਕਟਰ MS ਰੰਧਾਵਾ ਨੇ ਉਹਨਾਂ ਦਾ ਮੁੱਖਬੰਧ ਲਿਖਿਆ ਸੀ। ਉਹ ਮੇਰੀਆਂ ਕਾਫੀ ਜਿਹੜੀਆਂ ਰਚਨਾਵਾਂ ਨੇ ਪੰਜਾਬੀ ਟ੍ਰਿਬਿਊਨ ਸ਼ਬਦ ਰਹੀਆਂ ਨੇ। ਮੈਂ ਉਹ ਵੀ ਮੈਂ ਵੱਖਰਾ ਕੰਮ ਕੀਤਾ ਭੁੱਲਰ ਸਾਹਿਬ, ਉਹ ਜਿਹੜੇ ਵਿਸ਼ੇ ਨਾ ਸੱਭਿਆਚਾਰ ਅਣਛੋਹੇ ਸੀ ਬਿਲਕੁਲ ਉਹਨਾਂ ਉੱਤੇ ਮੈਂ ਲਿਖਿਆ ਹੈਗਾ। ਉਸ ਤੋਂ ਬਾਅਦ ਹੀ ਮੇਰਾ ਖਿਆਲ ਹੈ 1984 ਦੇ ਨੇੜੇ ਤੇੜੇ ਤੋਂ ਬਾਅਦ ਹੀ ਪੰਜਾਬ ਯੂਨੀਵਰਸਿਟੀ ਨਾਲ ਜਿਹੜਾ ਪਰਚਾ ਸੀ ਨਾ ਸੱਭਿਆਚਾਰ ਦਾ, ਉਹ ਫਿਰ ਇੱਕ ਪਰਚੇ ਹੀ ਸੱਭਿਆਚਾਰ ਦਾ ਦੇਖੋ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਅਤੇ ਇਸ ਤਰ੍ਹਾਂ ਮੈਂ ਫਿਰ ਜਿਹੜਾ ਇਹ ਖੇਤਰ ਹੈ ਪੁਆਧ ਖੇਤਰ, ਮਾਝਾ ਮਾਲਵਾ ਦੁਆਬਾ, ਜਿਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਹ ਜਿਹੜਾ ਪੁਆਧ ਖੇਤਰ ਹੈ ਜਿੱਥੇ ਚੰਡੀਗੜ੍ਹ ਵਸਿਆ ਹੈ, ਇਸ ਖੇਤਰ ਦੀ ਜਿਹੜੀ ਜੀਵਨ ਸ਼ੈਲੀ ਹੈ, ਇੱਥੇ ਦੇ ਰਸਮ ਰਿਵਾਜ, ਇੱਥੇ ਦੀ ਭਾਸ਼ਾ, ਇੱਥੇ ਦੇ ਤੀਰਥ ਤਿਉਹਾਰ, ਫਸਲਾਂ, ਰੁੱਖ ਬੂਟੇ, ਔਰਤਾਂ ਦਾ ਜੀਵਨ, ਇੱਥੇ ਦਾ ਸੱਭਿਆ ਜਿਹੜਾ ਖੇਤਰ ਹੈ ਨਾ ਆਪਣਾ ਪੁਆਧ, ਭਾਸ਼ਾ ਵੀ ਡਿਫਰੈਂਟ ਹੈ। ਹਾਂ, ਭਾਸ਼ਾ ਉਸ ਪਾਸੇ ਫਿਰ ਮੈਂ ਨਾ 2004 ਤੋਂ ਪੁਆਧੀ ਪੰਜਾਬੀ ਸਾਥ ਦਾ ਸੰਗਠਨ ਕੀਤਾ, ਅਤੇ ਇਸ ਪਾਸੇ ਵੀ ਮੈਂ ਹੁਣ ਬੜੀ ਜਣੀ ਸ਼ਿੱਦਤ ਦੇ ਨਾਲ ਲੱਗਿਆ ਹੋਇਆ ਕਿ ਮੈਂ ਇਸ ਖੇਤਰ ਦਾ ਜੋ ਸੱਭਿਆਚਾਰ ਹੈ, ਇਸ ਦਾ ਵਿਰਸਾ ਜਿਹੜਾ ਹੈਗਾ ਉਸ ਨੂੰ ਮੈਂ ਕਿਵੇਂ ਨਾ ਕਿਵੇਂ ਪੁਸਤਕਾਂ ਦੇ ਵਿੱਚ ਸਾਂਭ ਸੰਭਾਲ ਕਰ ਸਕਾਂ। ਅਸੀਂ ਜਿਹੜੀ ਪਹਿਲੀ ਕਿਤਾਬ ਨਾ ਇਸ ਖੇਤਰ ਦੇ ਬਾਰੇ ਜਿਹੜੀ ਖੋਜ ਪੁਸਤਕ ਹੈ ਪੁਆਧ ਦਰਪਣ, ਜਿਹਦੇ ਕਈ ਬੱਚਿਆਂ ਨੇ ਖੋਜ ਨਿਬੰਧ ਵੀ ਲਿਖੇ ਨੇ, ਯੂਨੀਵਰਸਿਟੀ 'ਚ ਬੜਾ ਚਰਚਾ ਹੋਇਆ। ਇਸੇ ਤਰ੍ਹਾਂ ਰੰਗ ਪੁਆਧ ਕੇ ਗੁਰਮੇਲ ਸਿੰਘ ਬੈਦਵਾਨ ਤੋਂ ਅਸੀਂ ਵੈਦਵਾਣੀ ਭਾਸ਼ਾ 'ਚ ਹੋ ਲਿਖਵਾਈ ਹੈ। ਅੱਛਾ, ਤੁਸੀਂ ਇੰਨਾ ਕੰਮ ਕੀਤਾ, ਇੰਨਾ ਕੁਛ ਲਿਖਿਆ, ਤੁਹਾਡੇ ਤੇ ਵੀ ਕਿਸੇ ਨੇ ਲਿਖਿਆ ਹੈਗਾ ਜੀ? ਹਾਂ, ਮੇਰੇ ਉੱਤੇ ਬੜੀ, ਮੈਨੂੰ ਤਾਂ ਖੈਰ ਇਸ ਗੱਲ ਦਾ ਬਹੁਤਾ ਉਹ ਨਹੀਂ ਹੈਗਾ, ਪਰ ਮੈਂ ਤਾਂ ਕੰਮ 'ਚ ਵਿਸ਼ਵਾਸ ਬਹੁਤਾ ਰੱਖਦਾ। ਮੈਨੂੰ ਇਸ ਗੱਲ ਦਾ ਦੱਸਣ 'ਚ ਮੈਨੂੰ ਖੁਸ਼ੀ ਵੀ ਹੈ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਮੇਰੀ ਇੱਕ ਕਿਤਾਬ ਜਿਹੜੀ ਬੜੀ ਚਰਚਿਤ ਕਿਤਾਬ ਅਗਮ ਗੋਚਰ ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ, ਉਹਦੇ ਉੱਤੇ MPhil ਕੀਤੀ। ਡਾਕਟਰ ਗੁਰਦੇਵ ਸਿੰਘ ਉਹਨਾਂ ਦੇ ਗਾਈਡ ਬਣੇ। ਅਤੇ ਦੂਸਰਾ ਇੱਕ ਵਿਦਿਆਰਥੀ ਨੇ ਭੁੱਲਰ ਸਾਹਿਬ ਮੇਰੇ ਬਾਲ ਸਾਹਿਤ ਉੱਤੇ ਵੀ MPhil ਕੀਤੀ ਕੁਰੂਕਸ਼ੇਤਰ ਯੂਨੀਵਰਸਿਟੀ ਵਾਲਿਆਂ ਨੇ। ਅਤੇ ਕਈ ਵਿਦਿਆਰਥੀ ਹੋਰ ਵੀ, ਪ੍ਰੋਫੈਸਰ ਜਸਪਾਲ ਸਿੰਘ ਜੱਸੀ ਮੇਰੀਆਂ ਜਿਹੜਾ ਮੇਰਾ ਕਾਵ ਖੇਤਰ ਹੈ ਉਹਦੇ ਉੱਤੇ ਇਸ ਵੇਲੇ ਕੰਮ ਕਰ ਰਿਹਾ। ਕੁਛ ਹੋਰ ਵਿਦਿਆਰਥੀ ਵੀ ਲੱਗੇ ਹੋਏ ਨੇ। ਕਲਾਕਾਰ ਜਿਹੜਾ ਤ੍ਰੈਮਾਸਿਕ ਮੈਗਜ਼ੀਨ ਹੈ ਰਵਿੰਦਰ ਆਪਣਾ, ਉਹਨਾਂ ਦੇ ਕਮਰਜੀਤ ਭੱਠਲ ਜਿਹੜੇ ਸੰਪਾਦਕ, ਉਹਨਾਂ ਉੱਤੇ ਮੇਰੇ ਉੱਤੇ ਵਿਸ਼ੇਸ਼ ਅੰਕ ਕੱਢਿਆ ਪਿਛਲੇ ਸਾਲ। ਮਨੋਹਰ ਸਿੰਘ ਡਾਊ ਵਿਸ਼ੇਸ਼ ਅੰਕ ਕਲਾਕਾਰ ਦਾ। ਇੰਨਾ ਲਿਖਿਆ ਹੈਗਾ ਕਿਤੇ ਸਰਕਾਰੀ ਦਰਬਾਰੇ ਮਾਨ ਸਨਮਾਨ ਵੀ, ਵੈਸੇ ਮਾਨ ਸਨਮਾਨ ਤੇ ਤੁਸੀਂ ਇੱਕ ਆਪ ਹੀ ਇੱਕ ਯੂਨੀਵਰਸਿਟੀ ਹੈਗੀ ਜੀ, ਫਿਰ ਵੀ ਇੱਕ ਆਨਰ ਕਿਤੇ ਨਾ ਕਿਤੇ ਕੀਤਾ ਗਿਆ ਜੀ? ਹਾਂ, ਦੇ ਖੈਰ ਮੈਨੂੰ ਬੜੀ ਇਸ ਗੱਲ ਦੀ ਤਸੱਲੀ ਵੀ ਹੈ। ਕਈ ਵਾਰ ਤਾਂ ਕਈ ਬੰਦੇ ਉਦਾਸ ਹੋ ਜਾਂਦੇ, ਪਰ ਮੈਂ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਹੈਗਾ। ਮੈਂ ਕਹਿੰਦਾ ਬੰਦੇ ਨੂੰ ਕੰਮ ਕਰਨਾ ਚਾਹੀਦਾ ਹੈ। ਬਿਲਕੁਲ, ਮਾਨ ਸਨਮਾਨ ਤਾਂ ਆਪੇ ਲੋਕ ਦੇ ਦਿੰਦੇ ਨੇ। ਸਰਕਾਰਾਂ ਨੇ ਵੀ ਦੇਖੋ, ਮੈਨੂੰ 1998 ਦਾ ਸ਼੍ਰੋਮਣੀ ਬਾਲ ਸਾਹਿਤ ਲੇਖ ਪੁਰਸਕਾਰ ਮਿਲਿਆ। ਔਰ ਤੁਸੀਂ ਹੈਰਾਨ ਹੋ ਕਿ ਮੈਨੂੰ ਇੰਨੀਆਂ ਚਿੱਠੀਆਂ ਆਈਆਂ, ਇੰਨੀਆਂ ਵਧਾਈਆਂ, ਮੇਰੇ ਪਾ ਹੁਣ ਵੀ ਉਹਦਾ ਰਿਕਾਰਡ ਹੈਗਾ। ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ। ਪੰਜਾਬੀ ਸਾਥ ਲਾਂਬੜਾ ਨੇ ਪ੍ਰਿੰਸੀਪਲ ਤਰਲੋਚਨ ਸਿੰਘ ਭਾਟੀਆ ਪੁਰਸਕਾਰ ਵੱਡਾ ਮੈਨੇ ਰੱਖਦਾ, ਉਹ ਵੀ ਮੈਨੂੰ ਉਹਨਾਂ ਨੇ ਦਿੱਤਾ। ਔਰ ਪੁਲਿਸ ਤੁਸੀਂ ਹੈਰਾਨ ਹੋਗੇ, ਉਸ ਵੇਲੇ ਜਦੋਂ ਪੰਜਾਬੀ ਸਾਥ ਲਾਂਬੜਾ ਨੇ ਮੈਨੂੰ ਪੁਰਸਕਾਰ ਦਿੱਤਾ ਨਾ, ਸੈਬਰੀਕੋਵ ਰਸ਼ੀਆ ਤੋਂ ਵੀ ਲੇਖਕ ਆਏ ਸੀ, ਉਹਨਾਂ ਨੂੰ ਵੀ ਸਨਮਾਨਿਤ ਕੀਤਾ। ਅਤੇ ਤੁਹਾਡੇ ਰਾਕ ਗਾਰਡਨ ਦੇ ਨੇਕ ਚੰਦ ਜੀ ਨੂੰ ਵੀ ਸਨਮਾਨਿਤ, ਰਾਮ ਸਿੰਘ ਅਣਖੀ ਜੀ ਨੂੰ ਕੀਤਾ। ਉਹਨਾਂ ਕਿਰਪਾਲ ਸਿੰਘ ਹਿਸਟੋਰੀਅਨ ਚੰਡੀਗੜ੍ਹ, ਉਹਨਾਂ ਨੂੰ ਵੀ ਮੈਂ ਉਸ ਕਾਫਲੇ ਵਿੱਚ ਸੀ ਕਿ ਜਦੋਂ ਮੈਨੂੰ ਵੀ ਪ੍ਰਿੰਸੀਪਲ ਤਰਲੋਚਨ ਸਿੰਘ ਭਾਟੀਆ ਬਾਲ ਸਾਹਿਤ ਦਾ ਪੁਰਸਕਾਰ ਦਿੱਤਾ। ਇਸੇ ਤਰ੍ਹਾਂ ਪਿੱਛੇ 2012 'ਚ ਜਿਹੜਾ ਸਭ ਤੋਂ ਵੱਡਾ ਪੁਰਸਕਾਰ ਹੈ ਨਾ, ਸਾਹਿਤ ਅਕੈਡਮੀ ਦਿੱਲੀ ਦਾ ਰਾਸ਼ਟਰੀ ਪੁਰਸਕਾਰ, ਜਿਹਦੇ ਵਿੱਚ ਉਹ 24 ਭਾਸ਼ਾਵਾਂ ਦੇ ਲੇਖਕਾਂ ਨੂੰ ਬਾਲ ਸਾਹਿਤ ਲੇਖ ਪੁਰਸਕਾਰ ਉਹ 3 ਵਰ੍ਹੇ ਹੋਏ ਨੇ। ਪਹਿਲਾ ਪੁਰਸਕਾਰ ਉਹਨਾਂ ਨੇ ਦਿੱਤਾ ਸੀ ਜਸਵੀਰ ਭੁੱਲਰ ਜੀ ਨੂੰ, ਬੜੇ ਸਾਡੇ ਵਧੀਆ ਲੇਖਕ ਨੇ, ਨਾਵਲ ਵੀ ਲਿਖਦੇ ਨੇ ਬੱਚਿਆਂ ਲਈ, ਕਹਾਣੀ ਵੀ ਲਿਖਦੇ ਨੇ। ਅਤੇ ਦੂਸਰਾ ਪੁਰਸਕਾਰ ਦੇ ਸੀ ਡਾਕਟਰ ਦਰਸ਼ਨ ਸਿੰਘ ਆਸ਼ਟੂ, ਜਿਹੜੇ ਕਿ ਬਹੁਤ ਸਮਰਪਿਤ ਨੇ ਪੰਜਾਬੀ ਬਾਲ ਸਾਹਿਤ ਨੂੰ, ਮੇਰੇ ਮਿੱਤਰ ਨੇ, ਉਹ ਬੜਾ ਕੰਮ ਕਰ ਰਹੇ ਨੇ ਉਹ। ਅਤੇ ਤੀਸਰਾ ਪੁਰਸਕਾਰ 2012 ਦਾ
ਪੁਨੇ ਵਿਖੇ ਮਹਾਰਾਸ਼ਟਰ ਵਿਖੇ ਤੁਹਾਨੂੰ ਮੈਨੂੰ ਦਿੱਤਾ ਤੇ ਉੱਥੇ 24 ਭਾਸ਼ਾਵਾਂ ਦੇ ਜਿਹੜੇ ਲੇਖਕ ਨੇ ਬਾਲ ਸਾਹਿਤ ਦੇ। ਬੜੀ ਅੱਛੀ ਗੱਲ ਹੈ ਕਿ ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਸਾਹਿਤ ਅਕੈਡਮੀ ਦਿੱਲੀ ਨੇ ਇਹ ਪੁਰਸਕਾਰ ਦਿੱਤਾ। ਉਹ ਪੁਰਸਕਾਰ ਵੀ ਮੇਰੀ ਝੋਲੀ ਪਿਆ। ਇਸ ਕਰਕੇ ਮੈਨੂੰ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ। ਅੱਛਾ, ਇੱਕ ਹੋਰ ਗੱਲ ਹੈ ਨਾ ਜੀ, ਇੱਕ ਆਪਣੇ ਵਾਸਤੇ ਲਿਖਣਾ ਹੈਗਾ ਨਾ ਵੀ ਮੈਂ ਇਹ ਲਿਖਿਆ ਗਿਆ, ਇਹ ਸਮਾਜ ਨੂੰ ਸਮਰਪਿਤ ਹੈ ਜੀ ਜੀ। ਇੱਕ ਕਿਸੇ ਦੇ ਲਿਖੇ ਦਾ ਰਿਵਿਊ ਕਰਨਾ ਉਹ ਸਭ ਤੋਂ ਵੱਡਾ ਜ਼ਿੰਮੇਵਾਰੀ ਹੁੰਦੀ ਕਿ ਉਹ ਜੋ ਉਹਨੇ ਲਿਖਿਆ ਗਿਆ ਉਹਦੀ ਸਹੀ ਉਹਨੂੰ ਇਨਸਾਫ ਮਿਲ ਸਕੇ। ਉਹ ਮੈਨੂੰ ਪਤਾ ਲੱਗਾ ਕਿ ਤੁਸੀਂ ਕੋਈ 1000 ਤੋਂ ਵੱਧ ਜਿਹੜਾ ਕਿਤਾਬਾਂ ਦਾ ਰਿਵਿਊ ਕਰ ਚੁੱਕੇ ਨੇ। ਇਹ ਜਿਹੜਾ ਡਿਫਿਕਲਟ ਟਾਸਕ ਹੈਗਾ ਇਹ ਕਿਵੇਂ ਪੂਰਾ ਕਰਤਾ ਜੀ? ਉਹ ਮੈਂ ਨਾ ਕਈ ਵਾਰ ਦੇਖਣਾ ਜਦੋਂ ਅਖਬਾਰਾਂ 'ਚ ਰਿਵਿਊ ਮੈਂ ਪੜ੍ਹਨੇ, ਮੈਂ ਕਹਿਣਾ ਵੀ ਬਹੁਤ ਵੱਡੇ ਵਿਦਵਾਨ ਹੋਣਗੇ ਜਿਨ੍ਹਾਂ ਨੇ ਇਹ ਰਿਵਿਊ ਕੀਤਾ। ਕਿਸੇ ਪੁਸਤਕ ਨੂੰ ਪੜ੍ਹ ਕੇ ਮੁਲਾਂਕਣ ਕਰਨਾ ਵਾਕਈ ਵੱਡੀ ਔਖੀ ਗੱਲ ਹੁੰਦੀ ਹੈ। ਅਤੇ ਸਰ ਬਰਜਿੰਦਰ ਸਿੰਘ ਇੱਥੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸੀਗੇ, ਮੇਰੇ ਮਿੱਤਰ ਸੀ, ਮੇਰੇ ਬੜੇ ਉਹਨਾਂ ਨੇ ਮੈਨੂੰ ਕਿਹਾ ਮੈਂ ਤੁਹਾਤੋਂ ਰਿਵਿਊ ਕਰਾਉਣਾ ਚਾਹੁੰਦਾ ਹੈ। ਮੈਂ ਥੋੜ੍ਹਾ ਜਿਹਾ ਭੁੱਲਾ ਝਿਜਕਿਆ ਵੀ ਉਸ ਵੇਲੇ। ਅੱਛਾ, ਮੈਂ ਕਿਹਾ ਯਾਰ ਕਿਸੇ ਵੀ ਸ਼ਖਸੀਅਤ ਦੀ ਕਿਤਾਬ ਲਿਖੀ ਵੀ ਵੱਡੇ ਵੱਡੇ ਬੰਦਿਆਂ ਦੇ ਹੁੰਦੇ ਉਹਨਾਂ ਬਾਰੇ। ਖੈਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਕੀਤੇ ਰਿਵਿਊ ਬਹੁਤ ਪਸੰਦ ਕੀਤੇ ਗਏ। ਮੇਰਾ ਖਿਆਲ ਵੀ 1000 ਤੋਂ ਵੀ ਵੱਧ ਰਿਵਿਊ ਮੈਂ ਪੰਜਾਬੀ ਦੀਆਂ ਪੁਸਤਕਾਂ ਦੇ ਕੀਤੇ ਨੇ। ਦੇਸ਼ ਸੇਵਕ ਦੇ ਵਿੱਚ ਮੇਰੇ ਰਿਵਿਊ ਛਪੇ ਨੇ, ਅਜੀਤ ਵਿੱਚ ਵੀ ਛਪੇ ਨੇ ਅਤੇ ਪੰਜਾਬੀ ਟ੍ਰਿਬਿਊਨ 'ਚ ਵੀ ਛਪਦੇ, ਹੁਣ ਵੀ ਛਪ ਰਹੇ ਨੇ। ਬਾਕੀ ਜਿਹੜੇ ਹੋਰ ਪੰਜਾਬੀ ਦੇ ਰਸਾਲੇ ਨੇ ਉਹਨਾਂ ਦੇ ਵਿੱਚ ਵੀ ਮੇਰੇ ਰਿਵਿਊ ਛਪੇ ਨੇ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਜਿਹੜੇ ਕੀਤੇ ਹੋਏ ਰਿਵਿਊ ਹੈ ਉਹਨਾਂ ਨੂੰ ਪਸੰਦ ਕੀਤਾ ਗਿਆ, ਕਿਉਂਕਿ ਮੈਂ ਇਹ ਚਾਹੁੰਦਾ ਕਿ ਜਿਹੜਾ ਬੰਦਾ ਆਪਣੀ ਮਾਂ ਬੋਲੀ 'ਚ ਲਿਖਦਾ ਉਹਨੂੰ ਉਤਸ਼ਾਹਿਤ ਵੀ ਕੀਤਾ ਜਾਵੇ, ਉਹਦਾ ਮਿਆਰ ਵੀ ਬਣਨਾ ਚਾਹੀਦਾ। ਅਤੇ ਜਿਹੜਾ ਟੈਕਸਟ ਹੈ, ਮੂਲ ਪਾਠ ਹੈ ਨਾ, ਉਸ ਨੂੰ ਮੱਦੇ-ਨਜ਼ਰ ਰੱਖ ਕੇ ਸਾਰੀ ਕਿਤਾਬ ਪੜ੍ਹ ਕੇ ਉਸ ਦੀ ਸਥਿਤੀ ਰੱਖਣੀ ਕਿ ਇਹ ਪੁਸਤਕ ਜਿਹੜੀ ਹੈ ਪੰਜਾਬੀ ਜਗਤ ਵਿੱਚ ਕੀ ਥਾਂ ਰੱਖਦੀ ਹੈ। ਅਤੇ ਇਸ ਤਰ੍ਹਾਂ ਦਾ ਮੇਰਾ ਜਿਹੜੀ ਆਲੋਚਨਾ ਜਿਹੜੀ ਮੇਰੀ ਹੈ ਨਾ, ਉਹ ਵੀ ਮੈਂ ਸਮਾਲੋਚਨਾ ਮੈਂ ਤਾਂ ਕਹਾਂਗਾ। ਅਤੇ ਨਾਲੇ ਮੇਰੇ ਕੋਲ ਪ੍ਰਿੰਸੀਪਲ ਤੇਜਾ ਸਿੰਘ ਦੀ ਇੱਕ ਉਦਾਹਰਨ ਸੀ। ਉਹਨਾਂ ਦੇ ਮੁੱਖਬੰਦ, ਉਹਨਾਂ ਦੇ ਕੀਤੇ ਰਿਵਿਊ ਮੈਂ ਆਪਣਾ ਆਧਾਰ ਬਣਾਇਆ। ਅੱਛਾ, ਕੋਈ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ ਕੋਈ ਆਪਣੀ ਤੁਸੀਂ ਕਵਿਤਾ ਲਿਖੀ ਹੈਗੀ ਸਾਡੇ ਨਾਲ ਸਾਂਝੀ ਕਰ ਸਕਦੇ ਜੀ? ਲੇਖਕ ਤਾਂ ਉਹੀ ਹੈ ਜਿਹੜਾ ਸਮਕਾਲ ਦੇ ਨਾਲ ਤੁਰੇ ਅਤੇ ਜਿਹੜੀਆਂ ਸਮਾਜਿਕ ਪ੍ਰਸਥਿਤੀਆਂ ਨੇ ਉਹਨਾਂ ਬਾਰੇ। ਮੈਂ ਇੱਕ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿਹੜਾ ਤੁਹਾਡਾ ਚੈਨਲ ਹੈ ਨਾ ਜਾਗੋ ਪੰਜਾਬ, ਇਹਦਾ ਨਾਂ ਹੀ ਬੜਾ ਕਮਾਲ ਦਾ ਹੈ। ਅੱਛਾ, ਦੇਖੋ ਅਸੀਂ ਸ਼ਬਦਾਂ ਰਾਹੀਂ, ਵਿਚਾਰਾਂ ਰਾਹੀਂ ਲੋਕਾਂ ਨੂੰ ਚੇਤਨਾ ਪੈਦਾ ਕਰਨੀ ਹੈ। ਅਸਲ ਸਾਹਿਤ ਨੇ ਲੋਕਾਂ ਅੰਦਰ ਚੇਤਨਾ ਪੈਦਾ ਕਰਨੀ ਹੁੰਦੀ ਹੈ ਇੱਕ ਚੰਗੇ ਸਮਾਜ ਲਈ, ਚੰਗੇ ਭਵਿੱਖ ਲਈ। ਅਤੇ ਉਸ ਪ੍ਰਸੰਗ ਦੇ ਵਿੱਚ ਮੈਂ ਇੱਕ ਨਜ਼ਮ ਜਿਹੜੀ ਹੈ ਨਾ, ਜੋ ਇਸ ਵੇਲੇ ਹਾਲਾਤ ਨੇ ਪੰਜਾਬ ਦੇ ਉਹਦੇ ਬਾਰੇ ਮੈਂ ਤੁਹਾਡੇ ਨਾਲ ਇੱਕ ਨਜ਼ਮ ਜਿਹੜੀ ਉਹ ਸਾਂਝੀ ਕਰ ਰਿਹਾ। ਨਜ਼ਮਾਂ ਤਾਂ ਬੜੀਆਂ ਸੁਣਾਈਆਂ ਜਾ ਸਕਦੀਆਂ ਕਿਉਂਕਿ ਸਮੇਂ ਦੀ ਵੀ ਪਾਬੰਦੀ ਹੁੰਦੀ ਹੈ। ਉਹ ਮੈਂ ਇਹ ਪੰਜਾਬ ਰੱਬਾ ਖੈਰ ਕਰੇ। ਵਾਹ, ਇਹ ਪੰਜਾਬ ਰੱਬਾ ਖੈਰ ਕਰੇ। ਇਹ ਮੇਰਾ ਖਿਆਲ ਹੈ ਨਜ਼ਮ ਜਿਹੜੀ ਹੈ ਇਸ ਅਦਾਰੇ ਤੋਂ ਮੈਂ ਪਹਿਲੀ ਵਾਰ ਸੁਣਾ ਰਿਹਾ। ਅੱਛਾ ਜੀ, ਅਸੀਂ ਵੀ ਵਡਭਾਗੇ ਜੀ। ਨਾ ਇਹ ਧਰਤੀ ਤੇਰੀ ਰਹਿਣੀ, ਨਾ ਇਹ ਰਹਿਣਾ ਪਾਣੀ, ਲੋਕੀ ਬੈਠੇ ਗੱਲਾਂ ਕਰਦੇ, ਇਹ ਗੱਲ ਸੱਚੀ ਜਾਣੀ। ਬਹੁ ਕੰਪਨੀਆਂ ਨੇ ਘੇਰਾ ਕੱਤਿਆ, ਧਰਤੀ ਹੈ ਹਥਿਆਈ, ਇੱਦਾਂ ਕਦੇ ਧਰਤ ਵਕੀਨਾ ਵਹਿੰਦੀ ਰਹੀ ਲੁਕਾਈ। ਕਰੋੜਾਂ ਰੁਪਇਆਂ ਦੇ ਕਿੱਲੇ ਵਿਕ ਰਹੇ ਨੇ। ਧਰਤੀ ਦੀ ਉਪਜਾਊ ਕੁੱਖ ਨੂੰ ਲੱਗਿਆ ਸੰਨ ਘਨੇਰਾ, ਵਾੜ ਖੇਤ ਨੂੰ ਖਾਵਣ ਲੱਗੀ ਹੋਰ ਕੀ ਹੋਊ ਹਨੇਰਾ। ਪੰਜ ਆਬ ਦੀ ਧਰਤ ਪਿਆਰੀ, ਵੰਡ ਵੰਡ ਕਰੀ ਨਿਤਾਣੀ, ਘਰ ਦੀ ਦੇਹਲੀ ਉਪਰੀ ਲੱਗੇ ਦਿਨਾਂ ਜਾਏ ਪਛਾਣੀ। ਵਿਸ਼ਵੀਕਰਨ ਦੀ ਲੋੜ ਤਖੇਰੀ, ਵਿਸ਼ਵੀਕਰਨ ਦੀ ਦੌੜ ਤਖੇਰੀ, ਉਲਝ ਗਈ ਹੈ ਤਾਣੀ, ਪੈਕਟਾਂ ਦੇ ਵਿੱਚ ਟੁੱਕਰ ਵਿਕਦਾ, ਬੋਤਲਾਂ ਦੇ ਵਿੱਚ ਪਾਣੀ। ਇਹ ਇਸ ਵੇਲੇ ਜਿਹੜੀ ਵਿਸ਼ਵੀਕਰਨ ਦੀ ਦੌੜ ਤਖੇਰੀ, ਇਹ ਸਾਡਾ ਪੰਜਾਬ ਹੋਣਾ। ਉਲਝ ਗਈ ਹੈ ਤਾਣੀ, ਪੈਕਟਾਂ ਦੇ ਵਿੱਚ ਟੁੱਕਰ ਵਿਕਦਾ, ਬੋਤਲਾਂ ਦੇ ਵਿੱਚ ਪਾਣੀ, ਫਿੱਕੇ ਪੈ ਗਏ ਮੋਹ ਦੇ ਰਿਸ਼ਤੇ, ਬਾਲਾਂ ਕੋਲੋਂ ਖੇਡ ਗੁਆਚੀ। ਆਂਟੀ ਸ਼ਬਦ ਪਛਾਣੂ ਕਿੱਦਾਂ, ਮਾਸੀ ਭੂਆ ਤਾਈ ਚਾਚੀ। ਧਰਮ ਸਿਆਸਤ ਮਹਿਲੇ ਹੋਏ। ਦੇਖੋ ਕਵੀ ਨੇ, ਸ਼ਾਇਰ ਨੇ ਸੰਕੇਤ ਹੀ ਦੇਣਾ ਹੁੰਦਾ। ਬਿਲਕੁਲ। ਧਰਮ ਸਿਆਸਤ ਮਹਿਲੇ ਹੋਏ, ਸੋਚੀ ਪੈ ਗਿਆ ਬੰਦਾ, ਲੋਭੀ ਅੱਖਾਂ ਕਿੰਝ ਪਛਾਣਨ, ਕੀ ਚੰਗਾ ਕੀ ਮੰਦਾ। ਇਹ ਸਰਕਾਰੇ, ਦੇਖੋ ਸੰਬੋਧਨ ਕਰ ਰਿਹਾ ਮੈਂ, ਇਹ ਸਰਕਾਰੇ ਲੋਕ ਹਿੱਤਾਂ ਦੀ ਜੇ ਨਾ ਕੀਤੀ ਰਾਖੀ, ਇਹ ਸਰਕਾਰੇ
ਲੋਕ ਹਿਤਾਂ ਦੀ ਜੇ ਨਾ ਕੀਤੀ ਰਾਖੀ, ਇਹ ਪੰਜਾਬ ਗੁਲਾਬ ਆ ਸਾਡਾ, ਬਿਲਕੁਲ ਬਿਲਕੁਲ ਰੰਗਲੇ ਤੋਂ ਹੋ ਜਾਊ ਖਾਕੀ। ਹਰ ਇੱਕ ਬੰਦਾ ਸੋਚੀ ਡੁੱਬਿਆ, ਕਿਸ ਨੂੰ ਦਰਦ ਸੁਣਾਵੇ। ਅੱਛਾ ਹਰ ਇੱਕ ਬੰਦਾ ਸੋਚੀ ਡੁੱਬਿਆ, ਕਿਸ ਨੂੰ ਦਰਦ ਸੁਣਾਵੇ। ਐ ਪੰਜਾਬ ਪਿਆਰੇ ਮੇਰੇ, ਤੇਰੀ ਰੱਬਾ ਖੈਰ ਬਣਾ, ਰੱਬਾ ਤੇਰੀ ਖੈਰ ਬਣਾ। ਦਾਊ ਸਾਹਿਬ ਤੁਸੀਂ ਬਹੁਤ ਉੱਚੀ ਸ਼ਖਸੀਅਤ ਸੇ, ਸਾਡੇ ਕੋਲ ਟਾਈਮ ਨਹੀਂ ਹੈਗਾ, ਕਿਤੇ ਫਿਰ ਸਮਾਂ ਮਿਲਿਆ ਤੇ ਤੁਹਾਡੇ ਨਾਲ ਫਿਰ ਜਿਹੜੇ ਯਾਦਗਾਰ ਪਲ ਸਾਂਝੇ ਕਰਾਂਗੇ। ਤੇ ਸਮਾਂ ਆਗਿਆ ਨਹੀਂ ਦਿੰਦਾ ਹੈਗਾ ਜੀ, ਫਿਰ ਕਿਤੇ ਮਿਲਾਂਗੇ ਜੀ। ਮੈਂ ਵੀ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਸਟੂਡੀਓ ਚ ਆਏ। ਜੀ ਤੇ ਮੈਂ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਸ ਡੇ ਐਂਡ ਨਾਈਟ ਜਿਹੜਾ ਚੈਨਲ ਹੈ ਉਹਦੇ ਲਈ ਆਪਣੀ ਸ਼ੁਭ ਸ਼ਾਮਾਂ ਪੇਸ਼ ਕਰਦਾ। ਬਹੁਤ ਬਹੁਤ ਸ਼ੁਕਰੀਆ ਜੀ। ਪੰਜਾਬੀ ਸਾਹਿਤ ਨੇ ਤਾਂ ਕਈ ਮਹਾਨ ਲੇਖਕ ਪੈਦਾ ਕੀਤੇ ਨੇ, ਪਰ ਉਸ ਹਿਸਾਬ ਨਾਲ ਸ਼ਾਇਦ ਹੁਣ ਪੰਜਾਬੀ ਦੇ ਸਿਰਦ ਪਾਠਕ ਨਹੀਂ ਰਹਿ ਗਏ। ਇਹ ਇੱਕ ਚਿੰਤਾ ਦਾ ਵਿਸ਼ਾ, ਪਰ ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਬਣਾ ਰਹੀਆਂ ਇਹ ਧਨੀ ਕਲਮਾਂ ਸੱਚਮੁੱਚ ਹੀ ਵਧਾਈ ਦੀਆਂ ਪਾਤਰ ਨੇ। ਜਾਗੋ ਪੰਜਾਬ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਇੱਕ ਨਵੇਂ ਮੁੱਦੇ ਤੇ ਇੱਕ ਨਵੀਂ ਹਸਤੀ ਨਾਲ ਫਿਰ ਮਿਲਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।